ਬਹੁਤ ਸਾਰੇ ਜਿਹੜੇ ਆਪਣੇ ਬੰਦੇ ਆ ਪਿਛਲੇ ਕਈ ਸਾਲਾਂ ਦੇ ਵਿੱਚ ਆਏ ਆ, ਉਹਨਾਂ ਨੇ ਜ਼ਰੂਰ ਕਦੇ ਨਾ ਕਦੇ 100 ਮੌਂਟਗੋਮਰੀ ਸਟਰੀਟ ਸੈਨ ਫਰਾਂਸਿਸਕੋ ਵਿਜ਼ਿਟ ਕੀਤੀ ਹੋਊਗੀ। ਇਹ ਸੈਨ ਫਰਾਂਸਿਸਕੋ ਦੀ ਇਮੀਗ੍ਰੇਸ਼ਨ ਕੋਰਟ ਬਹੁਤ ਹੀ ਮਸ਼ਹੂਰ, ਬਹੁਤ ਹੀ ਪੁਰਾਣੀ ਕੋਰਟ ਸੀ ਤੇ ਪਿਛਲੇ ਹਫ਼ਤੇ ਟਰੰਪ ਉਹਨਾਂ ਨੇ ਇਸ ਨੂੰ ਬੰਦ ਕਰ ਦਿੱਤਾ ਹੈਗਾ। ਵਨ ਆਫ ਦਾ ਬਿਜ਼ੀਐਸਟ ਕੋਰਟ ਸੀਗੀ, ਸਭ ਤੋਂ ਬਿਜ਼ੀ ਕੋਰਟ ਸੀ ਸੈਨ ਫਰਾਂਸਿਸਕੋ ਦੀ ਤੇ 100 ਮੌਂਟਗੋਮਰੀ ਸਟਰੀਟ ਕੋਰਟ ਹਾਊਸ ਤੇ ਕਿਉਂਕਿ ਇੰਨੇ ਜੱਜ ਜਿਹੜੇ ਫਾਇਰ ਕਰ ਦਿੱਤੇ, ਕਈਆਂ ਨੇ ਰਿਟਾਇਰਮੈਂਟ ਲੈ ਲਈ ਤੇ ਕੇਸ ਜਿਹੜੇ ਆ ਇੰਨੇ ਜ਼ਿਆਦਾ ਆ, ਕਹਿੰਦੇ ਵੀ ਬਹੁਤ ਜ਼ਿਆਦਾ ਬੈਕਲੌਗ ਆ। ਸੋ ਇਹ ਜਿਹੜਾ ਆ ਬੰਦ ਕਰ ਦਿੱਤਾ ਗਿਆ। ਕਹਿੰਦੇ ਵੀ ਸਾਬਕਾ ਜੱਜ ਸ਼ੀਰਾ ਲੇਵਾਈਨ ਕਰਕੇ ਆ, ਉਹਨਾਂ ਨੇ ਇਹ ਕਿਹਾ ਵੀ ਇਹ ਜਿਹੜੀ ਕੋਰਟ ਸੀ, ਇਹਦਾ ਰੈਪੂਟੇਸ਼ਨ ਬਹੁਤ ਸਟਰੋਂਗ ਸੀ ਲੀਗਲ ਰੀਜ਼ਨਿੰਗ ਦੇ ਲਈ। ਤੇ ਜੱਜ ਨੇ ਇਹ ਕਿਹਾ ਵੀ ਸਾਡੇ ਤੇ ਕਿਸੇ ਤਰ੍ਹਾਂ ਦਾ ਵੀ ਕਦੇ ਪ੍ਰੈਸ਼ਰ ਨਹੀਂ ਪੈਂਦਾ ਸੀ, ਜੋ ਕੁਝ ਟਰੰਪ ਐਡਮਿਨਿਸਟ੍ਰੇਸ਼ਨ ਦੇ ਦੌਰਾਨ ਪਿਆ ਹੈਗਾ ਆ। ਬੇਕਰਸਫੀਲਡ ਤੋਂ ਲੈ ਕੇ ਓਰੇਗਨ ਤੱਕ ਬਹੁਤ ਸਾਰੇ ਜਿਹੜੇ ਕੇਸ ਆ, ਜਿਹੜੇ ਲੋਕ ਰਹਿੰਦੇ ਆ, ਉਹ ਇਹਨਾਂ ਦੇ ਕੋਲ ਇੱਥੇ ਸੈਨ ਫਰਾਂਸਿਸਕੋ ਕੋਰਟ ਦੇ ਵਿੱਚ ਸੀਗੇ। ਸੋ ਹੁਣ ਇਹ ਜਿਹੜੀ ਬਿਲਡਿੰਗ ਸੀ, ਇਹ ਲੀਜ਼ ਤੇ ਲਈ ਹੋ ਸੀ USCIS ਨੇ, ਤੇ ਉਹ ਲੀਜ਼ ਜਿਹੜੀ ਆ ਜਨਵਰੀ 2027 ਦੇ ਵਿੱਚ ਖਤਮ ਹੋ ਜਾਣੀ ਆ। ਸੋ ਪਰ ਉਹਨਾਂ ਨੇ ਇਸ ਮਹੀਨੇ ਹੀ ਜਿਹੜੀ ਆ ਪਿਛਲੇ ਹਫ਼ਤੇ ਇਹ ਬੰਦ ਕਰ ਦਿੱਤੀ। ਹਾਲਾਂਕਿ ਜਿਹੜੀ ਲੀਜ਼ ਆ ਉਹਦੇ ਪੈਸੇ ਜਿਹੜੀ ਗਵਰਨਮੈਂਟ ਆ ਉਹ ਦਊਗੀ। ਐਗਜ਼ੀਕਿਊਟਿਵ ਆਫਿਸ ਆਫ ਇਮੀਗ੍ਰੇਸ਼ਨ ਰਿਵਿਊ ਜਿਹੜੀ ਬ੍ਰਾਂਚ ਹੈਗੀ US ਡਿਪਾਰਟਮੈਂਟ ਆਫ ਜਸਟਿਸ ਦੀ, ਜੋ ਹੈਂਡਲ ਕਰਦੀ ਹੈਗੀ ਰਿਮੂਵਲ ਤੇ ਅਪੀਲਸ, ਉਹਨਾਂ ਨੇ ਕਿਹਾ ਵੀ ਜਿਹੜਾ ਮੋਸਟ ਕੋਸਟ ਇਫੈਕਟਿਵ ਮੂਵ ਆ ਉਹ ਕੰਕੜ ਸਾਡੇ ਲਈ ਬੈਟਰ ਹੈਗਾ। ਕੰਕੜ ਨੂੰ ਇਸੇ ਕਰਕੇ ਜਿਹੜੀ ਆ ਇਹ ਇੱਥੋਂ ਸੈਨ ਫਰਾਂਸਿਸਕੋ ਤੋਂ ਮੂਵ ਕਰ ਦਿੱਤੀ ਗਈ ਹੈਗੀ ਆ। ਮਿਲੀ ਐਟਕਸਨ ਇੱਕ ਡਾਇਰੈਕਟਰ ਹੈਗੇ ਇਮੀਗ੍ਰੇਸ਼ਨ ਲੀਗਲ ਡਿਫੈਂਸ ਪ੍ਰੋਗਰਾਮ ਦੇ ਸੈਨ ਫਰਾਂਸਿਸਕੋ ਬਾਰ ਐਸੋਸੀਏਸ਼ਨ ਦੇ, ਤੇ ਉਹਨਾਂ ਨੇ ਇਹ ਕਿਹਾ ਵੀ ਇੱਕ ਤਰ੍ਹਾਂ ਨਾਲ ਕਾਫੀ ਜ਼ਿਆਦਾ ਜਿਹੜੀ ਆ ਹੁਣ ਈਜ਼ਨੈਸ ਸਾਡੀ ਜਿਹੜੀ ਖਤਮ ਹੋਈ ਹੈਗੀ ਆ। ਹੁਣ ਸਾਨੂੰ ਔਖਾ ਉੱਧਰ ਜਾਣਾ ਪਊਗਾ ਕਿਉਂਕਿ ਇੱਥੇ ਸਾਰੇ ਯੂਜ਼ ਟੂ ਸੀਗੇ, ਲੋਕਾਂ ਨੂੰ ਵੀ ਪਤਾ ਸੀ ਕਿਹੜੀ ਕੋਰਟ ਕਿੱਥੇ ਹੈਗੀ ਆ, ਜੱਜਾਂ ਬਾਰੇ ਵੀ ਪਤਾ ਸੀ ਸਾਰਾ ਕੁਝ। ਪਰ ਇਹ ਹੁਣ ਸਿਚੁਏਸ਼ਨ ਜੋ ਬਣੀ ਆ, ਅੱਜ ਦਾ ਹਿੱਲ ਜਿਹੜਾ ਮੈਗਜ਼ੀਨ ਆ, ਉਹਨਾਂ ਨੇ ਆਰਟੀਕਲ ਜਿਹੜਾ ਓਪੀਨੀਅਨ ਆਰਟੀਕਲ ਲਿਖਿਆ ਵੀ ਕੀਪ ਇਮੀਗ੍ਰੇਸ਼ਨ ਕੋਰਟਸ ਇੰਡੀਪੈਂਡੈਂਟ ਫਰੋਮ ਆਈਸ। ਫੇਰ ਕਹਿੰਦੇ ਵੀ ਜੇ ਗਵਰਨਮੈਂਟ ਦਾ ਹੀ ਕੰਟਰੋਲ ਆ ਇਮੀਗ੍ਰੇਸ਼ਨ ਕੋਰਟਸ ਤੇ ਫਿਰ ਉਹਦਾ ਫਰਕ ਕੀ ਹੋਇਆ। ਪ੍ਰੈਜ਼ੀਡੈਂਟ ਟਰੰਪ ਹੋਣਾ ਨੇ ਜਦੋਂ ਤੋਂ ਪਾਵਰ 'ਚ ਆਏ ਆ, 100 ਤੋਂ ਵੱਧ ਇਮੀਗ੍ਰੇਸ਼ਨ ਜੱਜ ਫਾਇਰ ਕਰ ਦਿੱਤੇ ਆ। 750 ਟੋਟਲ ਜੱਜ ਆ, ਉਹਦੇ ਵਿੱਚੋਂ 100 ਨਹੀਂ ਫਾਇਰ ਕਰ ਦਿੱਤਾ। ਬਹੁਤ ਸਾਰੇ ਜਿਹੜੇ ਰਿਟਾਇਰ ਵੀ ਹੋ ਗਏ ਹੈਗੇ ਆ। ਤੇ ਜੱਜਾਂ ਤੇ ਪ੍ਰੈਸ਼ਰ ਇੰਨਾ ਜ਼ਿਆਦਾ ਸੀ, ਸੋ ਉਹਨਾਂ ਕੋਲ ਕੋਈ ਅਲਟਰਨੇਟਿਵ ਨਹੀਂ ਸੀ। ਮੋਸਟਲੀ ਕਹਿੰਦੇ ਜੱਜ ਉਹੀ ਆ ਜਿਹੜੇ ਡੈਮੋਕ੍ਰੈਟਿਕ ਐਡਮਿਨਿਸਟ੍ਰੇਸ਼ਨ ਦੇ ਦੌਰਾਨ ਅਪੁਆਇੰਟ ਕੀਤੇ ਗਏ ਸੀ। ਉਹਨਾਂ ਦੇ ਕੋਲ ਐਕਸਪੀਰੀਅੰਸ ਵੀ ਬਹੁਤ ਜ਼ਿਆਦਾ ਸੀ ਡਿਫੈਂਡਿੰਗ ਇਮੀਗ੍ਰੈਂਟਸ, ਤੇ ਜੇ ਕਿਸੇ ਨੂੰ ਅਸਾਈਲਮ ਗ੍ਰਾਂਟ ਕਰਨਾ ਹੈਗਾ, ਉਹਨਾਂ ਦੇ ਰੇਟ ਜ਼ਿਆਦੇ ਸੀ, ਇਸ ਕਰਕੇ ਉਹਨਾਂ ਨੂੰ ਜਿਹੜਾ ਆ ਧੱਕ ਦਿੱਤਾ ਗਿਆ। ਸਟੀਫਨ ਮਿਲਰ ਜਿਹੜੇ ਖਾਸ ਕਰਕੇ ਆਰਕੀਟੈਕਟ ਹੈਗੇ ਆ ਟਰੰਪ ਐਡਮਿਨਿਸਟ੍ਰੇਸ਼ਨ ਦੀ ਇਮੀਗ੍ਰੇਸ਼ਨ ਪਾਲਿਸੀ ਦੇ, ਤੇ ਉਹਨਾਂ ਨੇ ਇਹ ਕਿਹਾ ਵੀ ਦਾ ਓਨਲੀ ਪ੍ਰੋਸੈਸ ਇਨਵੇਡਰਸ ਆਰ ਡਿਊ ਇਜ਼ ਡੀਪੋਰਟੇਸ਼ਨ। ਉਹ ਕਹਿੰਦੇ ਵੀ ਜਿਹੜਾ ਵੀ ਕੋਈ ਆਇਆ ਕਰ ਦਿਓ, ਬਸ ਹੋਰ ਕੁਝ ਨਹੀਂ ਹੈਗਾ। ਫਿਫਥ ਅਮੈਂਡਮੈਂਟ ਜਿਹੜਾ ਕਨਸਟੀਟਿਊਸ਼ਨ ਦਾ, ਉਹ ਇਹ ਕਹਿੰਦਾ ਵੀ ਨੋ ਪਰਸਨ ਸ਼ੈਲ ਬੀ ਡਿਪਰਾਈਵਡ ਆਫ ਡਿਊ ਪ੍ਰੋਸੈਸ ਐਂਡ ਦਾ ਸੁਪਰੀਮ ਕੋਰਟ ਹੈਜ਼ ਕੰਸਿਸਟੈਂਟਲੀ ਹੈਲਡ ਦੈਟ ਦਿਸ ਅਪਲਾਈਜ਼ ਟੂ ਆਲ ਪੀਪਲ ਇਨ ਦਾ US। ਕਹਿੰਦੇ ਵੀ ਅਮਰੀਕਾ 'ਚ ਕੋਈ ਵੀ ਬੰਦਾ ਆਇਆ ਹੋਵੇ, ਜੇ ਉਹਦੇ ਤੇ ਕੋਈ ਕੇਸ ਚੱਲਦਾ ਜਾਂ ਉਹਦਾ ਆਪਣਾ ਕੇਸ ਆ, ਫਿਫਥ ਅਮੈਂਡਮੈਂਟ ਜਿਹੜਾ ਕਨਸਟੀਟਿਊਸ਼ਨ ਦਾ ਇਹ ਕਹਿੰਦਾ ਵੀ ਉਹ ਇੱਕ ਡਿਊ ਪ੍ਰੋਸੈਸ ਆ, ਉਹਨੂੰ ਉਹਦਾ ਹੱਕ ਆ, ਉਹ ਖੋਈ ਨਹੀਂ ਜਾ ਸਕਦੀ ਹੈਗੀ। ਪਰ ਚਾਹੇ ਉਹ ਅਨਡਾਕੂਮੈਂਟ ਹੋਵੇ, ਚਾਹੇ ਉਹ ਸਿਟੀਜ਼ਨ ਹੋਵੇ। ਪਰ ਜੋ ਕੁਝ ਹੁਣ ਪਿਛਲੇ ਮਹੀਨਿਆਂ 'ਚ ਵਾਪਰਿਆ, ਉਹ ਕਹਿੰਦੇ ਵੀ ਤੁਹਾਡੇ ਸਾਹਮਣੇ ਹੈਗਾ। ਕਾਂਗਰਸ ਨੇ ਡਿਜ਼ਾਈਨ ਕੀਤਾ ਸੀ ਅਸਾਈਲਮ ਤੇ ਰਿਮੂਵਲ ਪ੍ਰੋਸੈਸ। ਸੋ ਕਾਂਗਰਸ ਕੋਲ ਹੀ ਇਹਦਾ ਹੱਕ ਹੈਗਾ ਜੇ ਇਸ ਨੂੰ ਅਮੈਂਡ ਕਰਨਾ ਆ ਜਾਂ ਕੋਈ ਚੇਂਜ ਕਰਨੀ ਹੈਗੀ ਆ। ਪਰ ਇਹ ਨਹੀਂ ਹੈ, ਕਹਿੰਦੇ ਵੀ ਜਿਹੜਾ ਦਾ ਹਿੱਲ ਦਾ ਜਿਹੜਾ ਅੱਜ ਦਾ ਆਰਟੀਕਲ ਆ, ਵੀ ਤੁਸੀਂ ਜੱਜ ਨੂੰ ਟਰਮੀਨੇਟ ਕਰ ਦਿਓ ਤੇ ਆਪਣੇ ਹਿਸਾਬ ਦੇ ਨਾਲ ਜਿਹੜੇ ਲਾ ਆ ਉਹਨੂੰ ਲਾਣਾ ਸ਼ੁਰੂ ਕਰ ਦਿਓ। ਸੋ ਕਾਫੀ ਵੱਡਾ ਆਰਟੀਕਲ ਆ, ਜੇ ਮੌਕਾ ਮਿਲਿਆ ਪੜ੍ਹਿਓ ਜ਼ਰੂਰ। ਕਾਫੀ ਵਧੀਆ ਆਰਟੀਕਲ ਜਿਹੜਾ ਇਹ ਲਿਖਿਆ ਆ। ਉਹਨੇ ਕਿਹਾ ਵੀ ਟਰੰਪ ਹੋਣਾ ਦਾ ਇਮੀਗ੍ਰੇਸ਼ਨ ਜੱਜਸ ਨੂੰ ਫਾਇਰ ਕਰਨਾ ਇੰਪਰੋਪਰ ਆ, ਇੰਪ੍ਰੈਕਟੀਕਲ ਆ ਤੇ ਥ੍ਰੈਟ ਹੈਗਾ ਇੰਟੈਗ੍ਰਿਟੀ ਆਫ ਇਮੀਗ੍ਰੇਸ਼ਨ ਕੋਰਟਸ। Immigration judges must not be forced to choose between their loyalty to the president or to the law। ਹੁਣ ਜਿਹੜੇ ਜੱਜ ਆ ਉਹਨਾਂ ਦੀ ਜਿਹੜੀ ਲਾਇਲਟੀ ਆ ਉਹ ਪ੍ਰੈਜ਼ੀਡੈਂਟ ਨੂੰ ਚਾਹੀਦੀ ਆ ਜਾਂ ਲਾਅ ਨੂੰ ਚਾਹੀਦੀ ਹੈਗੀ ਆ। ਜੀ, ਬਿਲਕੁਲ। ਸੋ ਇਹ ਹਮੇਸ਼ਾ ਇਹ ਸਵਾਲ
ਰਹਿੰਦਾ ਹੈ, ਉੱਦਾਂ ਤਾਂ ਕਹਿੰਦੇ ਵੀ ਸੰਵਿਧਾਨ ਉੱਤੇ ਬਾਕੀ ਸਾਰੀਆਂ ਚੀਜ਼ਾਂ ਥੱਲੇ, ਨੋਬਡੀ ਇਜ਼ ਅਬਵ ਦਾ ਲਾ, ਬਟ ਕਈ ਵਾਰੀ ਆਪਾਂ ਨੂੰ ਜਿਹੜੇ ਵੀ ਕੋਈ ਕਿਸੇ ਪਾਸੜ ਹੁੰਦੇ ਆ ਉਹਨਾਂ ਦੇ ਵੱਲੋਂ ਫਿਰ ਥੋੜਾ ਡਿਫਰੈਂਟ ਦੇਖਣ ਨੂੰ ਮਿਲਦਾ ਹੈਗਾ ਆ।